12ਵੀਂ ਪੌੜੀ 11ਵੀਂ। ਪੌੜੀ ਨਾਰਦ ਮੁਨੀ ਅਖਾਏ ਦਾ ਆਗਮ ਜਾਣ ਨਾ ਧੀਰਜ ਆਣੈ। ਸੁਣ ਸੁਣ ਮਸਲਤ ਮਜਲਸੈ ਕਰ ਕਰ ਚੁਗਲੀ ਆਖ ਵਖਾਣੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਰਦ ਮੁਨੀ ਅਖਾਏ ਦਾ ਭਾਈ ਗੁਰਦਾਸ ਜੀ ਇੱਥੇ ਗਿਆਨ ਜੋ ਪ੍ਰਾਪਤੀ ਵੱਡੇ ਵਡੇਰਿਆਂ ਨੂੰ ਹੋਈ ਹੈ ਤੇ ਉਹਨਾਂ ਨੂੰ ਜਿਹੜਾ ਹੈ ਸ਼ਾਂਤੀ ਫਿਰ ਵੀ ਨਾ ਆਈ, ਤੋ ਉਹਨਾਂ ਦੇ ਬਾਰੇ ਹੁਣ ਕੁਝ ਕੁ ਐਗਜ਼ਾਮਪਲ ਦੇ ਕੇ ਆਪਾਂ ਨੂੰ ਸਮਝਾਉਂਦੇ ਹਨ ਕਿ ਨਾਰਦ ਮੁਨੀ ਜਿਹੜਾ ਹੈ ਇਹ ਬਰਮ ਵਿਵਰਤ ਪੁਰਾਣ ਦੇ ਵਿੱਚ ਲਿਖਿਆ ਹੋਇਆ ਹੈ ਕਿ ਬਰਮਾ ਦੇ ਕੰਠ ਤੋਂ ਇਹ ਪੈਦਾਇਸ਼ ਹੋਇਆ ਹੈ। ਇਹਦੀ ਪੈਦਾਇਸ਼ ਬਰਮਾ ਦੇ ਕੰਠ ਮਤਲਬ ਗਲੇ ਤੋਂ ਹੋਈ ਹੈ। ਇਹ ਨਾਰਦ ਮੁਨੀ ਜਿਹੜਾ ਹੈ, ਨਾਰਦ ਮੁਨੀ ਅਖਾਏ ਦਾ, ਜੋ ਨਾਰਦ ਮੁਨੀ ਅਖਾਉਂਦਾ ਹੈ, ਨਾਰਦ ਦਾ ਜਿਹੜਾ ਮਨੁੱਖ ਪੁੱਤਰ ਹੈ ਜਾਂ ਮਨੁਸ਼ ਪੁੱਤਰ ਇਹਨੂੰ ਮੰਨਿਆ ਜਾਂਦਾ ਹੈ। ਆਗਮ ਜਾਣ ਨਾ ਧੀਰਜ ਆਣੈ। ਆਗਮ ਮਤਲਬ ਕਿ ਇਹਨੂੰ ਬ੍ਰਹਮ ਗਿਆਨ ਹੈ, ਇਹਨੂੰ ਬਹੁਤ ਵੱਡਾ ਗਿਆਨ ਹੈ। ਉਹ ਬ੍ਰਹਮ ਗਿਆਨ ਹੈ ਜੋ ਪਰਮੇਸ਼ਰ ਦਾ ਗਿਆਨ ਹੈ। ਇਹਦੇ ਕੋਲ ਉਹ ਗਿਆਨ ਹੈ, ਇਹ ਜਾਣਦਾ ਵੀ ਹੈ ਸਭ ਕੁਝ, ਸੋ ਸਾਰੀ ਹੀ ਬਿਰਤੀਆਂ ਨੂੰ ਇਹ ਜਾਣਨ ਵਾਲਾ ਹੈ। ਅੱਗੇ ਨਾ ਧੀਰਜ ਆਨੀ, ਇਹਨੂੰ ਫਿਰ ਵੀ ਧੀਰਜ ਫੋਰਟੀਟਿਊਡ ਜਾਂ ਕਹਿ ਲਈਏ ਇਹਨੂੰ ਪੀਸ ਆਫ ਮਾਈਂਡ ਫਿਰ ਵੀ ਨਾ ਮਿਲੀ। ਇਹ ਜਿਹੜਾ ਨਾਰਦ ਹੈ ਭਾਵੇਂ ਵੱਡਾ ਗਿਆਨੀ ਹੈ ਪਰ ਸ਼ਾਂਤੀ ਤਾਂ ਇਹਨੂੰ ਵੀ ਨਾ ਆਈ। ਸੋ ਇਸ ਪ੍ਰਕਾਰ ਕਰਕੇ ਸੁਣ ਸੁਣ ਮਸਲਤ ਮਜਲਸੈ। ਜਿੱਥੇ ਵੀ ਇਹ ਜਾਂਦਾ ਹੈ, ਦੇਖੋ ਨਾਰਦ ਮੁਨੀ ਜਿਹੜਾ ਹੈ ਇਹ ਹਰ ਇੱਕ ਆਕਾਸ਼ ਪਤਾਲ ਵਿੱਚ ਮਤ ਲੋਕ ਵਿੱਚ ਜਾ ਸਕਦਾ ਹੈ। ਇਹਦੀ ਐਕਸੈਸਿਬਿਲਿਟੀ ਜਿਹੜੀ ਹੈ ਤਿੰਨਾਂ ਲੋਕਾਂ ਦੇ ਵਿੱਚ ਹੈ। ਜਿੱਥੇ ਮਰਜ਼ੀ ਇਹ ਚਲਿਆ ਜਾਵੇ ਤੇ ਜਿੱਥੇ ਮਜਲਿਸ ਕੋਈ ਵੱਡੇ ਇਕੱਠ ਹੁੰਦੇ ਨੇ, ਜਿੱਥੇ ਦੇਵਤਿਆਂ ਦਾ ਦੀਵਾਨ ਲੱਗਦਾ ਹੈ, ਉੱਥੇ ਵੀ ਇਹ ਪਹੁੰਚ ਜਾਂਦਾ ਹੈ। ਉਹਨਾਂ ਦੀਆਂ ਗੱਲਾਂ ਸੁਣ ਕੇ ਫਿਰ ਦੂਜਿਆਂ ਨੂੰ ਜਾ ਕੇ ਦੱਸਦਾ ਹੈ। ਇਸ ਪ੍ਰਕਾਰ ਕਰਕੇ ਨਾਰਦ ਮੁਨੀ ਨੂੰ ਜਿਹੜਾ ਹੈ ਇੱਕ ਤਰ੍ਹਾਂ ਦਾ ਸਰਾਪ ਵੀ ਲੱਗਿਆ ਹੋਇਆ ਹੈ, ਕਿਉਂਕਿ ਪ੍ਰਜਾਪਤ ਜਿਹੜਾ ਹੈ ਇਹ ਵੀ ਬਰਮਾ ਦਾ ਪੁੱਤਰ ਹੋਇਆ ਹੈ। ਇਹ ਸਤਯੁਗ ਦੀ ਗੱਲ ਹੈ ਕਿ ਇਹਦੀ ਲੜਕੀ ਜਿਹੜੀ ਸਤੀ ਹੈ, ਇਸਨੇ ਜਿਹੜਾ ਹੈ ਆਪਣਾ ਹੱਠ ਕਰਕੇ ਬਰਮਾ ਨਾਲ ਇਹਨੇ ਸ਼ਾਦੀ ਕੀਤੀ। ਪ੍ਰਜਾਪਤ ਜਿਹੜਾ ਸਤੀ ਦਾ ਜਿਹੜਾ ਹਨ ਪਿਤਾ ਹੈ, ਨਾਰਦ ਜਿਹੜਾ ਹਨ ਬਰਮਾ ਦਾ ਪੁੱਤਰ ਹੈ ਤੇ ਨਾਰਦ ਦਾ ਭਰਾ ਹੀ ਲੱਗਿਆ। ਸੋ ਇਹਨੇ ਜਿਹੜਾ ਹੈ ਇਹ ਰਿਸ਼ਤਾ ਇਹਨੂੰ ਠੀਕ ਨਹੀਂ ਲੱਗਦਾ ਸੀ। ਇਹ ਕਹਿੰਦਾ ਵੀ ਸ਼ਿਵ ਜੀ ਜਿਹੜਾ ਹੈ ਉਹ ਮਸਾਣਾ ਵਿੱਚ, ਗ੍ਰੇਵਯਾਰਡ ਵਿੱਚ, ਕ੍ਰੀਮੇਸ਼ਨ ਗਰਾਊਂਡ ਵਿੱਚ ਰਹਿਣ ਵਾਲਾ ਹੈ, ਉਹਦੇ ਸੁਆਹ ਮਲੀ ਹੁੰਦੀ ਹੈ, ਇਸ ਕਰਕੇ ਉਹ ਵਿਆਹ ਵਾਸਤੇ ਨਾ ਮੰਨਿਆ। ਪਰ ਸਤੀ ਨੇ ਹੱਠ ਕੀਤਾ, ਕਹਿੰਦੀ ਜੇ ਮੈਂ ਵਿਆਹ ਕਰਾਉਣਾ ਤਾਂ ਸ਼ਿਵ ਜੀ ਨਾਲ ਹੀ ਕਰਨਾ ਹੈ। ਸੋ ਇੱਕ ਵਾਰ ਦੀ ਗੱਲ ਹੈ ਕਿ ਪ੍ਰਜਾਪਤ ਨੇ ਆਪਣੇ ਘਰ ਦੇ ਵਿੱਚ ਬਹੁਤ ਸਾਰੇ ਜਿਹੜੇ ਹਨ ਦੇਵਤੇ ਜਿਹੜੇ ਹਨ ਸੱਦੇ, ਰਿਸ਼ੀ ਮੁਨੀ ਸੱਦੇ, ਸਾਰਿਆਂ ਨੂੰ ਸੱਦ ਲਿਆ। ਇੱਕ ਵੱਡਾ ਇਹਨੇ ਯੱਗ ਕੀਤਾ ਜਿਹਦੇ ਵਿੱਚ ਇਹਨੇ ਸ਼ਿਵ ਜੀ ਨੂੰ ਨਾ ਸੱਦਿਆ। ਸੋ ਉਸ ਵੇਲੇ ਸਤੀ ਜਿਹੜੀ ਹੈ ਉਹ ਚੱਲ ਕੇ ਜਿਹੜੀ ਆਈ ਤੇ ਸਤੀ ਨੇ ਆਪਣੇ ਪਿਤਾ ਨੂੰ ਕਿਹਾ ਕਿ ਮੇਰੇ ਪਤੀ ਜਿਹੜਾ ਹਨ ਸ਼ਿਵ ਜੀ ਨੂੰ ਵੀ ਬੁਲਾ ਲਓ। ਉਹ ਨਾ ਮੰਨਿਆ। ਤਾਂ ਉਸ ਵੇਲੇ ਨਾਰਦ ਨੇ ਇਹ ਗੱਲ ਸੁਣ ਕੇ ਜਾ ਕੇ ਸ਼ਿਵ ਜੀ ਨੂੰ ਦੱਸ ਦਿੱਤਾ। ਕਹਿੰਦਾ ਦੇਖ ਲਾ, ਸਾਰਿਆਂ ਨੂੰ ਸੱਦਿਆ, ਤੈਨੂੰ ਇਕੱਲੇ ਨੂੰ ਨਹੀਂ ਸੱਦਿਆ। ਤਾਂ ਉਸ ਵੇਲੇ ਸ਼ਿਵ ਜੀ ਨੂੰ ਗੁੱਸਾ ਚੜਿਆ, ਉਹਦੀ ਤੀਜੀ ਅੱਖ ਖੁੱਲੀ। ਉਹਨੇ ਜਾ ਕੇ ਜਿਹੜੀ ਹਨ ਪ੍ਰਜਾਪਤ ਦੀ ਜਿਹੜੀ ਨਗਰੀ ਸੀ ਉਹਨੂੰ ਸੁਆਹ ਕਰ ਦਿੱਤਾ ਤੇ ਪ੍ਰਜਾਪਤ ਨੂੰ ਮਾਰ ਦਿੱਤਾ, ਉਹਦਾ ਗਲਾ ਵੜ ਦਿੱਤਾ। ਤੇ ਉਸ ਵੇਲੇ ਜਿਹੜਾ ਹਨ ਸਤੀ ਨੇ ਇਹ ਗੱਲ ਦੇਖ ਕਰਕੇ ਉਹ ਵੀ ਜਿਹੜੀ ਹਵਨ ਵਿੱਚ ਪੈ ਕੇ ਉਹ ਵੀ ਆਪਣੇ ਆਪ ਨੂੰ ਉਹਨੇ ਸਾੜ ਲਿਆ। ਤਾਂ ਪ੍ਰਜਾਪਤ ਨੇ ਮਰਨ ਤੋਂ ਪਹਿਲਾਂ ਜਿਹੜਾ ਹੈ ਨਾਰਦ ਨੂੰ ਸਰਾਪ ਵੀ ਦਿੱਤਾ ਤੇ ਤੈਨੂੰ ਕਿਤੇ ਸ਼ਾਂਤੀ ਨਹੀਂ ਆਊਗੀ। ਸੋ ਇਸ ਪ੍ਰਕਾਰ ਕਰਕੇ ਇਹਨੂੰ ਪ੍ਰਜਾਪਤ ਦਾ ਇੱਕ ਸਰਾਪ ਵੀ ਲੱਗਿਆ ਹੋਇਆ ਸੀ ਤੇ ਨਾਰਦ ਨੂੰ ਆਦਤ ਹੈ ਇੱਕ ਥਾਂ ਦੀ ਗੱਲ ਦੂਜੇ ਥਾਂ ਜਾ ਕੇ ਦੱਸਣੀ। ਪਰ ਨਾਰਦ ਜਿਹੜਾ ਹੈ ਇਹਦਾ ਜਿਹੜਾ ਹੈ ਪੁਰਾਣ ਵੀ ਬਣਿਆ ਹੋਇਆ ਹੈ, ਨਾਰਦ ਪੁਰਾਣ ਕਹਿੰਦੇ ਹਾਂ। ਸੋ ਜਿਹਨੂੰ ਬਿਆਸ ਨੇ ਲਿਖਿਆ। ਸੋ ਇਹ ਬੜਾ ਗਿਆਨੀ ਵੀ ਹੈ, ਗਿਆਨ ਸਾਰਾ ਹੈ, ਪਰ ਦੇਖੋ ਐਸੀਆਂ ਆਦਤਾਂ ਲੱਗੀਆਂ ਹੁੰਦੀਆਂ ਹਨ। ਭਾਈ ਗੁਰਦਾਸ ਜੀ ਅੱਗੇ ਕਹਿੰਦੇ ਹਨ ਕਰ ਕਰ ਚੁਗਲੀ ਆਖ ਵਖਾਣੈ। ਕਹਿਣਗੇ ਕਰ ਕਰ ਚੁਗਲੀਆਂ ਕਰਦਾ ਹੈ, ਇੱਕ ਥਾਂ ਦੀ ਗੱਲ ਦੂਜੇ ਥਾਂ ਜਾ ਕੇ ਦੱਸਣੀ, ਉਹ ਵੀ ਜਿਹੜੀ ਹੈ ਲਾ ਕੇ ਕਰਨੀ, ਜਿਹਦੇ ਕਰਕੇ ਸੁਣਨ ਵਾਲੇ ਨੂੰ ਦੁੱਖ ਹੋਵੇ। ਇਸੇ ਪ੍ਰਕਾਰ ਕਰਕੇ ਜਿਹੜਾ ਨਾਰਦ ਹੈ ਜਦੋਂ ਇਹਨੂੰ ਸ਼ਾਂਤੀ ਨਾ ਆਈ, ਇਹਨੇ ਆਪਣੇ ਪਿਤਾ ਬਰਮਾ ਨੂੰ ਜਾ ਕੇ ਪੁੱਛਿਆ, ਕਹਿੰਦੇ ਪਿਤਾ ਜੀ ਮੈਨੂੰ ਕਿਉਂ ਸ਼ਾਂਤੀ ਨਹੀਂ ਆਉਂਦੀ?
ਤਾਂ ਬਰਮਾ ਕਹਿੰਦਾ ਹਾਂ ਪੁੱਤਰ, ਮੈਨੂੰ ਵੀ ਇੱਕ ਵਾਰ ਇਹ ਸ਼ਾਂਤੀ ਮੈਨੂੰ ਵੀ ਨਹੀਂ ਆਈ ਸੀ। ਤਾਂ ਉਸ ਵੇਲੇ ਕਹਿੰਦਾ ਮੈਂ ਜਿਹੜਾ ਹਨ ਪਰਮਾਤਮਾ ਜਿਹਨੂੰ ਉਹ ਵਿਸ਼ਨੂੰ ਕਹਿੰਦਾ ਹੈ, ਕਹਿੰਦੇ ਵਿਸ਼ਨ ਨੂੰ ਉਹ ਪਰਮਾਤਮਾ ਅੱਗੇ ਮੈਂ ਵੀ ਜਾ ਕੇ ਅਰਦਾਸ ਕੀਤੀ ਕਿ ਮੈਨੂੰ ਸ਼ਾਂਤੀ ਨਹੀਂ ਆਉਂਦੀ। ਤਾਂ ਉਸ ਵੇਲੇ ਕਹਿੰਦੇ ਵਿਸ਼ਨ ਰੂਪ ਪਰਮਾਤਮਾ ਨੇ 4 ਸ਼ਲੋਕ ਉਚਾਰਨ ਕੀਤੇ। ਇਹ 4 ਸ਼ਲੋਕ ਕਹਿੰਦੇ ਪੁੱਤਰ ਮੈਂ ਤੈਨੂੰ ਵੀ ਸੁਣਾ ਦਿੰਦਾ ਹਾਂ। ਤਾਂ ਉਹ 4 ਸ਼ਲੋਕ ਨਾਰਦ ਨੂੰ ਸੁਣਾਏ, ਜਿਨ੍ਹਾਂ ਨੂੰ ਪੜ੍ਹ ਕਰਕੇ ਨਾਰਦ ਨੂੰ ਸ਼ਾਂਤੀ ਆਈ। ਤੇ ਫਿਰ ਇੱਕ ਵਾਰ ਨਾਰਦ ਗਿਆ ਬਿਆਸ ਕੋਲ। ਬਿਆਸ ਉੱਥੇ ਬੈਠਾ ਸੀ ਤੇ ਬਿਆਸ ਕਹਿੰਦਾ ਮੈਨੂੰ ਮਨ 'ਚ ਸ਼ਾਂਤੀ ਨਹੀਂ ਆਉਂਦੀ। ਤਾਂ ਉਸ ਵੇਲੇ ਇਹਨੇ ਨਾਰਦ ਨੇ ਕਿਹਾ ਕਿ ਤੂੰ ਜਿਹੜਾ ਹੈ ਤੂੰ ਭਗਤਾਂ ਦੀ ਜਿਹੜੀ ਹੈ ਉਸਤਤ ਕਰ, ਤੂੰ ਭਗਤਾਂ ਦੀ ਉਸਤਤ ਵਿੱਚ ਜਿਹੜਾ ਹਨ ਤੂੰ ਉਹਨਾਂ ਦੀ ਪਰਮਾਤਮਾ ਦੀ ਤੇ ਪਰਮਾਤਮਾ ਦੇ ਭਗਤਾਂ ਦੀ ਉਸਤਤ ਕਰ। ਤਾਂ ਉਸ ਵੇਲੇ ਵਿਆਸ ਕਹਿੰਦਾ ਮੈਂ ਤਾਂ ਬਹੁਤ ਕੁਝ ਲਿਖ ਦਿੱਤਾ ਹੈ, ਵੇਦ ਵਿਆਸ ਜੋ ਹੋਏ ਕਹਿੰਦੇ ਮੈਂ ਤਾਂ ਕਿੰਨਾ ਕੁਝ ਲਿਖ ਦਿੱਤਾ ਹੈ, ਸਿਮਰਤੀਆਂ ਪੁਰਾਣ ਸ਼ਾਸਤਰ ਮੈਂ ਲਿਖੇ ਹਨ। ਤਾਂ ਇਹ ਕਹਿੰਦਾ ਭਾਈ ਤੂੰ ਉਹ ਤਾਂ ਕਿਸੇ ਦਾ ਕਿਹਾ ਹੋਇਆ ਲਿਖਿਆ ਹੈ, ਤੂੰ ਤਾਂ ਜਿਹੜਾ ਹਨ ਕਿਸੇ ਦੇ ਕਹੇ ਹੋਏ ਬਚਨਾਂ ਨੂੰ ਤੂੰ ਰਿਪੀਟ ਕੀਤਾ ਹੈ, ਤੂੰ ਆਪ ਤਾਂ ਨਹੀਂ ਨਾ ਕੀਤਾ, ਕਹਿੰਦੇ ਤੂੰ ਆਪ ਕਰ। ਤਾਂ ਉਸ ਵੇਲੇ ਨਾਰਦ ਨੇ ਇਹਨੂੰ ਉਹ 4 ਸ਼ਲੋਕ ਸੁਣਾਏ ਜੋ ਬਰਮਾ ਨੇ ਨਾਰਦ ਨੂੰ ਸੁਣਾਏ ਸੀਗੇ। ਤਾਂ ਇਹ 4 ਸ਼ਲੋਕ ਸੁਣ ਕਰਕੇ ਤੇ ਬਿਆਸ ਨੇ ਉਸ ਦੇ 18,000 ਸ਼ਲੋਕ ਬਣਾਏ, ਜਿਹਨੂੰ ਸ੍ਰੀ ਮਦ ਭਗਵਤ ਕਹਿੰਦੇ ਹਾਂ। ਸ੍ਰੀ ਮਦ ਭਗਵਤ ਜਿਹੜੀ ਹੈ ਉਸ ਵੇਲੇ ਬਿਆਸ ਨੇ ਲਿਖੀ, ਜਿਹਦੇ ਲਿਖਣ ਕਰਕੇ ਉਹਨੂੰ ਸ਼ਾਂਤੀ ਆਈ। ਹੁਣ ਇਸ ਪ੍ਰਕਾਰ ਕਰਕੇ ਪਰਮਾਤਮਾ ਨੇ ਸ਼ਾਂਤੀ ਸਿਰਫ ਇਸ ਸੰਸਾਰ ਨੂੰ ਉਹਨਾਂ ਦੇ ਭਗਤਾਂ ਦੀ ਉਸਤਤ ਵਿੱਚ ਹੀ ਰੱਖੀ ਹੈ। ਜੋ ਵੀ ਉਹਨਾਂ ਦੇ ਭਗਤਾਂ, ਕਿਉਂਕਿ ਭਗਤ ਲੋਕ ਜਿਹੜੇ ਹੁੰਦੇ ਹਨ ਉਹ ਪੂਰੀ ਆਸ ਪਰਮਾਤਮਾ ਤੇ ਰੱਖਦੇ ਹਨ, ਉਹ ਕਿਸੇ ਤੇ ਆਸ ਨਹੀਂ ਰੱਖਦੇ। ਉਹਨਾਂ ਦਾ ਕੇਵਲ ਤੇ ਕੇਵਲ ਪਰਮਾਤਮਾ ਹੀ ਸਭ ਕੁਝ ਹੁੰਦਾ ਹੈ, ਉਹ ਪਰਮਾਤਮਾ ਨੂੰ ਹੀ ਸਭ ਕੁਝ ਆਪਣਾ ਸਮਰਪਣ ਕਰਦੇ ਹਨ। ਇਸ ਕਰਕੇ ਉਸ ਭਗਤਾਂ ਦੀ ਉਸਤਤ ਵਿੱਚ ਹੀ ਸ਼ਾਂਤੀ ਹੈ। ਇਸ ਪ੍ਰਕਾਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਦੇਖੋ ਭਗਤਾਂ ਦੀ ਬਾਣੀ ਹੈ, ਮਹਾਰਾਜ ਨੇ ਭਗਤਾਂ ਦੀ ਉਸਤਤ ਕੀਤੀ ਹੈ। ਇਸੇ ਪ੍ਰਕਾਰ ਜਿਹੜੇ 10 ਅਵਤਾਰ ਵਿਸ਼ਨੂੰ ਦੇ ਹੋਏ ਹਨ ਉਹ ਈਸ਼ਵਰ ਦੇ ਅਵਤਾਰ ਹਨ, ਪਰ ਜਿਹੜੇ ਗੁਰੂਆਂ ਦੇ 10 ਅਵਤਾਰ ਨੇ ਇਹ ਭਗਤੀ ਦੇ ਅਵਤਾਰ ਨੇ। ਸੋ ਭਗਤੀ ਪ੍ਰਧਾਨ ਹੈ, ਭਗਤੀ ਕਲਯੁਗ ਵਿੱਚ ਪ੍ਰਧਾਨ ਹੈ, ਇਸ ਕਰਕੇ ਕਿ ਭਗਤ ਜਿਹੜੇ ਹਨ ਪਰਮਾਤਮਾ ਦੇ ਪਿਆਰੇ ਹਨ। ਭਗਤਾਂ ਦੇ ਜਿਹੜੇ ਹਨ ਬਚਨਾਂ ਨੂੰ ਪਰਮਾਤਮਾ ਮੰਨਦਾ। ਮੇਰੀ ਬੰਦੀ ਭਗਤ ਛਡਾਵੇ, ਬੰਦੇ ਭਗਤ ਨਾ ਛੁਟੈ ਮੋਹ ਹੈ। ਦੇਖੋ ਪਰਮਾਤਮਾ ਵੀ ਐਸਾ ਕਹਿੰਦਾ ਹੈ, ਪਰ ਭਗਤਾਂ ਦੇ ਕੀਤੇ ਹੋਏ ਬਚਨ ਪਰਮਾਤਮਾ ਕਹਿੰਦਾ ਮੈਂ ਵੀ ਨਹੀਂ ਹਟਾ ਸਕਦਾ। ਜਿਵੇਂ ਕਿ ਜਿਹੜਾ ਹੈ ਮਹਾਰਾਜ ਨੇ ਜਿਹੜਾ ਆਵਾ ਸੀਗਾ, ਦੇਖੋ ਆਵਾ ਲੱਖੂ ਨੇ ਕਹਿਤਾ ਕੱਚਾ ਹੋਵੇਗਾ, ਗੁਰੂ ਅਰਜਨ ਦੇਵ ਜੀ ਨੇ ਅਰਦਾਸ ਕਰਕੇ ਕਿਹਾ ਵੀ ਪੱਕਾ ਹੋਵੇਗਾ। ਦੇਖੋ ਹੁਣ ਇੱਕ ਸਿੱਖ ਦਾ ਬਚਨ ਪੂਰਾ ਹੋਇਆ, ਆਵਾ ਕੱਚੇ ਦਾ ਕੱਚਾ ਰਿਹਾ। ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਇਹਦਾ ਆਵਾ ਤਾਂ ਪੱਕਾ ਹੋ ਗਿਆ ਜੇ ਲੱਖੂ ਇਹ ਬਚਨ ਕਰੇਗਾ। ਦੇਖੋ ਇੰਨਾ ਜਿਹੜੀ ਹੈ ਵਡਿਆਈ ਸਤਿਗੁਰੂ ਜੀ ਦਿੰਦੇ ਹਨ। ਇਸ ਕਰਕੇ ਭਾਈ ਗੁਰਦਾਸ ਜੀ ਨੇ ਇੱਥੇ ਆਪਾਂ ਨੂੰ ਦੱਸਿਆ ਹੈ ਕਿ ਗਿਆਨ ਹੋਣ ਦੇ ਨਾਲ, ਬਰਮਾ ਦਾ ਪੁੱਤਰ ਹੋਣ ਦੇ ਨਾਤੇ ਨਾਰਦ ਨੂੰ ਫਿਰ ਵੀ ਨਾ ਸ਼ਾਂਤੀ ਆਈ। ਬਾਲ ਬੁੱਧ ਸਨਕਾਦਿਕਾਂ। ਹੁਣ ਬਰਮਾ ਦੇ ਹੋਰ 4 ਪੁੱਤਰ ਹਨ, ਸਨਕ, ਸਨੰਦਨ, ਸਨਾਤਨ ਤੇ ਸਨੰਤ ਕੁਮਾਰ। ਕਹਿਣਗੇ ਇਹ 4 ਪੁੱਤਰ ਜਿਹੜੇ ਬਰਮਾ ਦੇ ਹਨ ਇਹ ਹਮੇਸ਼ਾ 5 ਸਾਲ ਦੀ ਉਮਰ, ਛੋਟੀ ਉਮਰ ਵਿੱਚ ਤੇ ਨਗਨ ਰਹਿੰਦੇ ਹਨ। ਸੋ ਇਹ ਜਿਹੜੇ ਹਨ ਕਹਿੰਦੇ ਬਲ ਬੁੱਧ, ਇਹਨਾਂ ਦੀ ਬੁੱਧੀ ਬਲ ਬੁੱਧ ਹੈ। ਭਾਵੇਂ ਇਹ ਬ੍ਰਹਮ ਗਿਆਨੀ ਨੇ, ਇਹਨਾਂ ਨੂੰ ਗਿਆਨ ਹੋਇਆ ਹੈ, ਪਰ ਇਹਨਾਂ ਦੀ ਬੁੱਧੀ ਫਿਰ ਵੀ ਇੱਕ ਬੱਚਿਆਂ ਵਾਲੀ ਹੈ, ਕਿਉਂਕਿ ਬਾਲ ਸੁਭਾਏ ਨਿਵਰਤੀ ਹਾਣਾ। ਦੇਖੋ ਕਹਿੰਦੇ ਬਾਲ ਸੁਭਾਏ, ਇਹਨਾਂ ਦਾ ਸੁਭਾਅ ਹਜੇ ਵੀ ਇੱਕ ਬਾਲਕਾਂ ਬੱਚਿਆਂ ਵਾਲਾ ਸੁਭਾਅ ਹੈ। ਨਿਰਵਿਰਤੀ ਜਾਣੈ, ਕਹਿੰਦੇ ਇਹ ਸੰਸਾਰ ਤੋਂ ਨਿਵਰਤੀ ਹੋ ਕੇ ਰਹਿੰਦੇ ਹਨ। ਨਿਵਰਤੀ ਹੁੰਦੀ ਹੈ ਵੀ ਸੰਸਾਰ ਦੇ ਪ੍ਰਵਿਰਤੀ ਵਿੱਚ ਨਹੀਂ ਆਉਣਾ, ਕੰਮਾਂ ਕਾਰਾਂ ਵਿੱਚ ਪੈਣਾ, ਅੱਡ ਹੋ ਕੇ ਰਹਿਣਾ। ਜਿਵੇਂ 5 ਸਾਲ ਦਾ ਬੱਚਾ ਜਦੋਂ ਤੱਕ 5 ਸਾਲ ਤੱਕ ਹੋਵੇ ਉਦੋਂ ਤੱਕ ਉਹ ਕੋਈ ਝਮੇਲਿਆਂ ਵਿੱਚ ਨਹੀਂ ਪੈਂਦਾ ਸੰਸਾਰ ਦੇ। ਇਸ ਕਰਕੇ ਇਹਨਾਂ ਦੀ ਉਮਰ 5 ਸਾਲ ਹੀ ਰਹੀ ਹੈ, ਕਿਉਂਕਿ ਇਹ ਸੰਸਾਰ ਦੇ ਝਮੇਲਿਆਂ ਵਿੱਚ ਨਹੀਂ ਪੈਂਦੇ ਤੇ ਭਗਤੀ ਕਰਦੇ ਹਨ। ਇਸ ਪ੍ਰਕਾਰ ਕਰਕੇ ਕਹਿੰਦੇ ਬਾਲ ਸੁਭਾਏ, ਭਾਵੇਂ ਬਾਲ ਸੁਭਾਏ ਹੈ ਪਰ ਹਜੇ ਵੀ ਇਹਨਾਂ ਨੂੰ ਨਿਵਰਤੀ ਜਿਹੜੀ ਹੈ ਉਹ ਫਿਰ ਵੀ ਨਾ ਹੋਈ। ਉਹ ਫਿਰ ਵੀ ਇਹਨਾਂ ਦਾ ਜਿਹੜਾ ਹੈ ਸੰਸਾਰ ਨਾਲੋਂ ਰਿਸ਼ਤਾ ਨਹੀਂ ਟੁੱਟ ਸਕਿਆ। ਕਿਉਂ? ਜਾਏ ਬੈਕੁੰਠ ਕਰੋਧ ਕਰ। ਦੇਖੋ ਇੱਕ ਇਵੈਂਟ ਇੱਥੇ ਭਾਈ ਗੁਰਦਾਸ ਜੀ ਆਪਾਂ ਨੂੰ ਦੱਸਦੇ ਹਨ। ਕਹਿੰਦੇ ਜਦੋਂ ਇਹ ਬੈਕੁੰਠ ਇੱਕ ਵਾਰੀ ਗਏ ਵਿਸ਼ਨੂੰ ਨੂੰ ਮਿਲਣ ਵਾਸਤੇ, ਤਾਂ ਉੱਥੇ ਦੁਆਰਪਾਲ ਸੀਗੇ, ਗਾਢ ਖੜੇ ਸੀਗੇ, ਜਿਨ੍ਹਾਂ ਦੀ ਜਿਹੜੀ ਹਨ ਸਾਖੀ ਇੱਥੇ ਦੱਸਦੇ ਹਨ। ਦੇ ਸਰਾਪ ਜੈ ਵਿਜੈ ਧਿਆਣੈ। ਉੱਥੇ 2 ਦੁਆਰਪਾਲ 2 ਗਾਢ ਖੜੇ ਸਨ, ਵਿਸ਼ਨੂੰ ਦੇ ਦਰ ਤੋਂ ਜਿਹੜੇ ਹਨ ਦਰ ਤੇ ਖੜੇ ਸਨ। ਉਹਨਾਂ ਦਾ ਨਾਂ ਸੀ ਜੈ ਤੇ ਵਿਜੈ। ਸੋ ਇਹ ਜਿਹੜੇ ਸੰਕਾਦਕ ਹਨ ਜਦੋਂ ਇਹ ਅੰਦਰ ਜਾਣ ਲੱਗੇ ਉਹਨਾਂ ਨੇ ਆਪਣੇ ਬਰਛੇ ਅੱਗੇ ਕਰ ਦਿੱਤੇ, ਇਹਨਾਂ ਨੂੰ ਅੰਦਰ ਨਾ ਜਾਣ ਦਿੱਤਾ।
ਜਦੋਂ ਅੰਦਰ ਤੋਂ ਇਹਨਾਂ ਨੂੰ ਰੋਕ ਲਿਆ, ਉਸ ਵੇਲੇ ਇਹਨਾਂ ਨੇ ਗੁੱਸਾ ਕੀਤਾ। ਇਹਨਾਂ ਨੇ ਗੁੱਸਾ ਕਰਕੇ ਉਹ ਜੈ ਤੇ ਵਿਜੈ ਨੂੰ ਜਿਹੜਾ ਹੈ ਸ਼ਰਾਪ ਦੇ ਦਿੱਤਾ ਕਿ ਤੁਸੀਂ ਜਾਓ ਸੰਸਾਰ ਦੇ ਵਿੱਚ, ਤੁਸੀਂ ਜਿਹੜਾ ਹੈ ਇਹ ਇੱਕ ਜਨਮ ਧਾਰਨਾ ਕਰੋ, ਜੋ ਦੈਂਤਾਂ ਦਾ ਤੁਸੀਂ ਅਵਤਾਰ ਧਾਰਨਾ ਕਰੋ, ਤੁਸੀਂ ਦੈਂਤ ਬਣੋ, ਡੀਮਨ ਬਣੋ, ਜਾ ਕੇ ਸੰਸਾਰ ਤੇ ਤੁਹਾਡਾ ਜਨਮ ਹੋਵੇਗਾ। ਇਹਨਾਂ ਨੇ ਕੀ ਕੀਤਾ, ਇਹਨਾਂ ਨੂੰ ਸ਼ਰਾਪ ਦੇ ਦਿੱਤਾ ਛੋਟੀ ਜੀ ਗੱਲ ਕਰਕੇ, ਕਿਉਂਕਿ ਉਹਨਾਂ ਨੇ ਆਪਣੀ ਡਿਊਟੀ ਕਰ ਰਹੇ ਸਨ। ਤਾਂ ਇਹਨਾਂ ਨੇ ਜਦੋਂ ਸ਼ਰਾਪ ਦਿੱਤਾ ਤਾਂ ਉਸ ਵੇਲੇ ਦੁਆਰਪਾਲ ਜਿਹੜੇ ਜੈ ਤੇ ਵਿਜੈ ਇਹਨਾਂ ਨੂੰ ਕਹਿਣ ਲੱਗੇ, ਦੱਸ ਭਾਈ ਵੀ ਸਾਡਾ ਫਿਰ ਕਿਵੇਂ ਕੀ ਹੋਵੇਗਾ, ਤੂੰ ਸਾਨੂੰ ਸ਼ਰਾਪ ਤਾਂ ਦੇਤਾ, ਸਾਡੀ ਮੁਕਤੀ ਹੁਣ ਕਿਵੇਂ ਹੋਵੇਗੀ। ਉਸ ਵੇਲੇ ਇਹ ਜੈ ਵਿਜੈ ਨੂੰ ਇਹਨਾਂ ਸੰਕਾਦਕਾਂ ਨੇ ਦੱਸਿਆ, ਕਹਿੰਦੇ ਦੇਖ ਤੁਹਾਨੂੰ ਮਾਰਨ ਵਾਸਤੇ, ਤੁਹਾਡੀ ਮੁਕਤੀ ਕਰਨ ਵਾਸਤੇ ਵਿਸ਼ਨੂੰ ਆਪ ਅਵਤਾਰ ਧਾਰ ਕੇ ਆਏਗਾ ਸੰਸਾਰ ਤੇ। ਸੋ ਇਸੇ ਪ੍ਰਕਾਰ ਹੋਇਆ ਇਹਨਾਂ ਦਾ ਜਿਹੜਾ ਜਨਮ ਹੋਇਆ, ਹਿਰਣਕਸ਼ਪੂ ਤੇ ਹਿਰਨਾਕਸ਼। ਸੋ ਇਹ ਦੋ ਭਰਾ ਜੈ ਵਿਜੈ ਸੀਗੇ। ਸੋ ਜਿਹੜਾ ਹਿਰਣਕਸ਼ਪੂ ਜਿਹੜਾ ਸੀਗਾ, ਇਹ ਜਿਹੜਾ ਹੈ ਇਹ ਸੰਸਾਰ ਤੇ ਜਦੋਂ ਇਹਦਾ ਜਨਮ ਹੋਇਆ, ਡੀਮਨ ਬਣਿਆ, ਇਹਨੇ ਇੱਕ ਵਰਾ ਦਾ ਅਵਤਾਰ ਜਿਹੜਾ ਹਨ ਇਹ ਜਿਹੜਾ ਹੈ ਇਹਨੂੰ ਮਾਰਨ ਵਾਸਤੇ ਵਰਾ ਅਵਤਾਰ ਧਾਰਨਾ ਕੀਤਾ ਵਿਸ਼ਨੂੰ ਨੇ, ਤੇ ਹਰਨਾਕਸ਼ ਨੂੰ ਮਾਰਨ ਵਾਸਤੇ ਨਰਸਿੰਘ ਰੂਪ ਹੋ ਕੇ ਪਰ ਜਿਹੜਾ ਹਨ ਵਿਸ਼ਨੂੰ ਪ੍ਰਗਟ ਹੋਏ। ਇਸ ਪ੍ਰਕਾਰ ਕਰਕੇ ਕਹਿੰਦੇ ਦੇਖੋ ਇਹ ਭਾਵੇਂ ਬਾਲ ਬੁੱਧ ਸੀਗੇ, ਛੋਟੀ ਉਮਰ ਹੈ, ਬ੍ਰਹਮ ਗਿਆਨ ਇਹਨਾਂ ਨੂੰ ਹੈ, ਪਰ ਫਿਰ ਵੀ ਕਹਿੰਦੇ ਆਪਣੇ ਗੁੱਸੇ ਨੂੰ ਕੰਟਰੋਲ ਨਾ ਕਰ ਸਕੇ। ਅਹੰਗ ਮੇਓ ਸੁਖ ਦਿਓ ਕਰ। ਹੁਣ ਦੇਖੋ ਸੁਖਦੇਵ ਮੁਨੀ ਦੀ ਗੱਲ ਆਉਂਦੀ ਹੈ, ਇੱਕ ਸਾਖੀ ਆਉਂਦੀ ਹੈ। ਕਹਿੰਦੇ ਇੱਕ ਵਾਰ ਪਾਰਬਤੀ ਨੇ ਜਿਹੜਾ ਹੈ ਆਪਣੇ ਪਤੀ ਸ਼ਿਵ ਜੀ ਨੂੰ ਕਿਹਾ ਕਿ ਮੈਨੂੰ ਅਮਰ ਕਥਾ ਸੁਣਾਓ, ਤੇ ਸ਼ਿਵ ਜੀ ਕਹਿੰਦਾ ਵੀ ਭਾਈ ਇਹ ਅਮਰ ਕਥਾ ਮੈਂ ਹੁਣ ਨਹੀਂ ਸੁਣਾ ਸਕਦਾ, ਕਿਉਂਕਿ ਆਪਾਂ ਉਹ ਅਸਥਾਨ ਤੇ ਬੈਠੇ ਹਾਂ ਜਿੱਥੇ ਆਲੇ ਦੁਆਲੇ ਬਹੁਤ ਕੁਝ ਤੁਰਿਆ ਫਿਰਦਾ ਹੈ। ਕਹਿੰਦੇ ਇਕਾਂਤ ਜਗ੍ਹਾ ਤੇ ਕਿਤੇ ਅਸੀਂ ਇਹ ਕਥਾ ਤੁਹਾਨੂੰ ਸੁਣਾਵਾਂਗੇ। ਤੇ ਪਾਰਬਤੀ ਕਹਿੰਦੀ ਜਿਹੜੀ ਅਮਰ ਕਥਾ ਹੈ ਇਹ ਸੁਣ ਕੇ ਤਾਂ ਬੰਦਾ ਅਮਰ ਹੋ ਜਾਂਦਾ ਹੈ, ਮੁਕਤ ਹੋ ਜਾਂਦਾ, ਕਿ ਮੈਨੂੰ ਜ਼ਰੂਰ ਸੁਣਾਓ। ਤਾਂ ਇਹਨੇ ਬੜਾ ਹੱਟ ਕੀਤਾ, ਬੜਾ ਉਹਨੂੰ ਫੋਰਸ ਕੀਤਾ। ਅਖੀਰਕਾਰ ਸ਼ਿਵ ਜੀ ਮੰਨ ਗਿਆ, ਕਹਿੰਦਾ ਚੱਲ ਫੇਰ ਸੁਣ ਪਾਰਬਤੀ, ਪਰ ਕਹਿੰਦਾ ਇੱਕ ਗੱਲ ਹੈ, ਸ਼ਰਤ ਮੇਰੀ ਇਹ ਹੈ ਜਦੋਂ ਤੱਕ ਮੈਂ ਇਹ ਕਥਾ ਕਰਾਂਗਾ ਤੂੰ ਸੌਣਾ ਨਹੀਂਗਾ, ਤੂੰ ਇਹ ਕਥਾ ਸਾਰੀ ਸੁਣਨੀ ਹੈ। ਤੇ ਜੇ ਜਿਹੜਾ ਹੈ ਜਦੋਂ ਮੈਂ ਕਥਾ ਸੁਣਾਵਾਂਗਾ ਤੂੰ ਹੰਗੂਰਾ ਭਰਨਾ ਹੈ, ਹਾਂ ਜਿਵੇਂ ਲੋਕ ਕਰਦੇ ਹੋ ਹੰਗੂਰਾ ਭਰਨਾ। ਕਹਿੰਦੇ ਹੰਗੂਰਾ ਤੂੰ ਭਰੀ ਜਾਈ, ਤਾਂ ਕਰਕੇ ਮੈਨੂੰ ਪਤਾ ਲੱਗਦਾ ਰਹੇਗਾ ਕਿ ਵੀ ਤੂੰ ਕਥਾ ਸੁਣ ਰਹੀ ਹੈ। ਕਹਿੰਦੇ ਇਹ ਮੈਨੂੰ ਕਨਫਰਮੇਸ਼ਨ ਤੂੰ ਦਿੰਦੀ ਰਹੀ। ਕੀ ਹੋਇਆ, ਸ਼ਿਵ ਜੀ ਨੇ ਜਿਹੜੀ ਹੈ ਕਥਾ ਅਮਰ ਕਥਾ ਸ਼ੁਰੂ ਕਰ ਲਈ, ਕਰਦਾ ਰਿਹਾ ਕਥਾ ਕਰਦਾ ਰਿਹਾ, ਤੇ ਜਿਹੜਾ ਅੱਧ ਵਿਚਾਲੇ ਜਾ ਕੇ ਪਾਰਬਤੀ ਸੌਂ ਗਈ। ਉਸ ਵੇਲੇ ਇੱਕ ਪੈਰਟ ਜਿਹੜਾ ਸੀਗਾ ਉਹ ਪਹਿਲਾਂ ਤੋਂ ਹੀ ਕਥਾ ਸੁਣ ਰਿਹਾ ਸੀਗਾ, ਇੱਕ ਤੋਤਾ ਸੀਗਾ ਪੈਰਟ, ਉਹ ਕਥਾ ਸੁਣ ਰਿਹਾ ਸੀ ਕੋਲੇ ਬੈਠਾ ਇੱਕ ਦਰਖਤ ਦੇ ਉੱਤੇ। ਤੇ ਜਦੋਂ ਪਾਰਬਤੀ ਸੌਂ ਗਈ ਉਹ ਹੰਗੂਰਾ ਨਾ ਦੇ ਸਕੀ, ਉਹ ਪੈਰਟ ਜਿਹੜਾ ਬੈਠਾ ਸੀ ਉਹ ਹੰਗੂਰਾ ਭਰੀ ਗਿਆ, ਉਹ ਹੂੰ ਕਰੀ ਗਿਆ, ਤੇ ਸ਼ਿਵ ਜੀ ਦੱਸੀ ਗਿਆ ਸਾਰੀ ਕਥਾ। ਹੁਣ ਸਾਰੀ ਕਥਾ ਜਦੋਂ ਸਮਾਪਤ ਹੋਈ, ਸ਼ਿਵ ਜੀ ਨੇ ਦੇਖਿਆ ਕਿ ਪਾਰਬਤੀ ਤਾਂ ਸੌਂ ਗਈ ਤੇ ਹੰਗੂਰਾ ਕੌਣ ਭਰ ਰਿਹਾ, ਇਹਨੇ ਦੇਖ ਲਿਆ ਵੀ ਤੋਤਾ ਭਰ ਰਿਹਾ ਸੀਗਾ। ਹੁਣ ਸ਼ਿਵ ਜੀ ਨੇ ਸੋਚਿਆ ਕਿ ਤੋਤਾ ਤਾਂ ਅਮਰ ਹੋ ਗਿਆ ਕਿਉਂਕਿ ਉਹਨੇ ਅਮਰ ਕਥਾ ਸੁਣ ਲਈ। ਤਾਂ ਸ਼ਿਵ ਜੀ ਉਹ ਤੋਤੇ ਨੂੰ ਮਾਰਨ ਵਾਸਤੇ ਉਹਦੇ ਪਿੱਛੇ ਭੱਜਿਆ। ਇਹ ਤੋਤਾ ਜਿਹੜਾ ਸੀਗਾ ਆਪਣੀ ਜਾਨ ਬਚਾਉਣ ਵਾਸਤੇ ਇਹ ਵੀ ਭੱਜਿਆ। ਦੇਖੋ ਉੱਥੇ ਵੀ ਅਗਿਆਨਤਾ ਦੀ ਗੱਲ ਆ ਗਈ। ਤੋਤੇ ਨੂੰ ਪਤਾ ਹੋਣਾ ਚਾਹੀਦਾ ਕਿ ਉਹਨੇ ਅਮਰ ਕਥਾ ਸੁਣ ਲਈ, ਉਹ ਅਮਰ ਤਾਂ ਹੋ ਗਿਆ, ਉਹਨੂੰ ਕੌਣ ਮਾਰ ਸਕਦਾ ਹੈ। ਉਹ ਜਿਹੜਾ ਵਾਧੂ ਦਾ ਡਰਦਾ ਹੋਇਆ ਤੋਤਾ ਵੀ ਉੱਡ ਗਿਆ, ਉਹ ਤੋਤਾ ਭੱਜਿਆ ਗਿਆ। ਤੇ ਸ਼ਿਵ ਜੀ ਵੀ ਜਿਹੜਾ ਹਨ ਅਗਿਆਨਤਾ ਦੇ ਵਿੱਚ, ਉਹਨੂੰ ਇਹ ਨਹੀਂ ਪਤਾ ਵੀ ਅਮਰ ਕਥਾ ਮੈਂ ਸੁਣਾਈ ਹੈ, ਇਹ ਤਾਂ ਅਮਰ ਹੋ ਗਿਆ, ਉਹਨੂੰ ਤਾਂ ਮੈਂ ਮਾਰ ਵੀ ਨਹੀਂ ਸਕਦਾ। ਹੁਣ ਇਸ ਪ੍ਰਕਾਰ ਕਰਕੇ ਭੁਲੇਖੇ ਦੇ ਵਿੱਚ ਸ਼ਿਵ ਜੀ ਉਹਦੇ ਪਿੱਛੇ ਭੱਜਿਆ। ਤੋਤਾ ਕਿਤੇ ਨਹੀਂ ਜਿਹੜਾ ਤੋਤਾ ਉੜਦਾ ਕਿਤੇ ਇੱਧਰ ਕਿਤੇ ਉੱਧਰ ਲੰਮੇ ਸਮੇਂ ਤੱਕ ਭੱਜਦਾ ਰਿਹਾ। ਸ਼ਿਵ ਜੀ ਉਹਦੇ ਪਿੱਛੇ ਭੱਜਦਾ ਰਿਹਾ। ਕੀ ਹੋਇਆ, ਅਖੀਰ ਕਰ ਉਹ ਤੋਤਾ ਬਿਆਸ ਦੇ ਘਰ ਦੇ ਕੋਲ ਗਿਆ, ਜਿੱਥੇ ਰਿਤੂ ਬਿਆਸ ਦੀ ਘਰ ਵਾਲੀ ਇਸ਼ਨਾਨ ਕਰਕੇ ਹਟੀ ਸੀ। ਉਸ ਵੇਲੇ ਤੋਤੇ ਨੇ ਸੋਚਿਆ ਕਿ ਜੇ ਮੈਂ ਬਚਣਾ ਹੈ ਤਾਂ ਮੈਂ ਇੱਥੇ ਆ ਕੇ ਬਚ ਸਕਦਾ ਹੈ, ਕਿਉਂਕਿ ਬਿਆਸ ਦੇ ਕੋਲ ਸ਼ਿਵ ਜੀ ਨਹੀਂ ਆਏਗਾ। ਉਹਨੇ ਕੀ ਕੀਤਾ, ਉਸ ਵੇਲੇ ਰਿਤੂ ਦੇ ਜਾ ਕੇ ਪੇਟ ਵਿੱਚ ਵੜ ਗਿਆ। ਸੋ ਪੇਟ ਵਿੱਚ ਵੜ ਕੇ ਉਹ ਪ੍ਰੈਗਨੈਂਟ ਹੋ ਗਈ ਰਿਤੂ। ਸੋ ਰਿਤੂ ਜਿਹੜੀ ਹੈ ਉਹ ਪ੍ਰੈਗਨੈਂਟ ਹੋਈ ਤੇ ਉਸ ਦਾ ਜਿਹੜਾ ਹੈ ਗਰਭ ਵੱਧਦਾ ਗਿਆ। ਤੇ ਸ਼ਿਵ ਜੀ ਜਿਹੜਾ ਸੀ ਇਹਨੂੰ ਪਤਾ ਲੱਗ ਗਿਆ ਵੀ ਤੋਤਾ ਰਿਤੂ ਦੇ ਜਿਹੜਾ ਹਨ ਗਰਭ ਦੇ ਵਿੱਚ ਹੈ। ਹੁਣ ਸ਼ਿਵ ਜੀ ਜਿਹੜਾ ਉਹਦੇ ਦਰਵਾਜ਼ੇ ਤੇ ਬਹਿ ਗਿਆ, ਜਿਹੜਾ ਬਿਆਸ ਦੇ ਦਰਵਾਜ਼ੇ ਤੇ ਡੀਕਦਾ ਰਿਹਾ ਕਿ ਕਦੋਂ ਇਹਦਾ ਜਨਮ ਹੋਵੇਗਾ, ਜਨਮ ਹੁੰਦਿਆਂ ਸਰ ਮੈਨੂੰ ਮਾਰ ਦੇਣਾ ਹੈ। ਸੋ ਇਸ ਤਰ੍ਹਾਂ ਡੀਕਦਾ ਰਿਹਾ। ਤੇ ਇੱਕ ਵਾਰ ਜਿਹੜਾ ਹੈ ਜਦੋਂ ਦੇਵਤਿਆਂ ਨੂੰ ਵੀ ਫਿਕਰ ਲੱਗਿਆ ਤੇ ਸਮਾਂ ਹੋ ਗਿਆ 12 ਸਾਲ।
12 ਸਾਲ ਜਿਹੜਾ ਹੈ ਰਿਤੂ ਦੇ ਪੇਟ ਵਿੱਚ ਉਹਦੀ ਪ੍ਰੈਗਨੈਂਸੀ 12 ਸਾਲ ਦੀ ਹੋਈ, ਕਿਉਂਕਿ ਇਹਦੇ ਵਿੱਚ ਜਿਹੜਾ ਉਹ ਸੁੱਕ ਬੈਠਾ ਸੀ ਨਾ, ਉਹ ਸੁੱਕ ਕਹਿੰਦੇ ਹਾਂ ਪੈਰਟ ਨੂੰ, ਜੋ ਤੋਤੇ ਨੂੰ। ਕਹਿੰਦਾ ਉਹ ਜਿਹੜਾ ਤੋਤਾ ਅੰਦਰ ਬੈਠਾ ਉਹ ਬਾਹਰ ਨਹੀਂ ਆ ਰਿਹਾ ਸੀ, ਡਰਦਾ ਹੋਇਆ ਕਿ ਜੇ ਮੈਂ ਬਾਹਰ ਆ ਗਿਆ, ਜਨਮ ਲੈ ਲਿਆ, ਮੈਨੂੰ ਸ਼ਿਵ ਜੀ ਨੇ ਮਾਰ ਦੇਣਾ। 12 ਸਾਲ ਲੰਘ ਗਏ ਤੇ ਵਿਆਸ ਤੇ ਉਹਦੀ ਘਰਵਾਲੀ ਬੜੇ ਦੁਖੀ ਹੋਏ, ਅਰਦਾਸ ਕੀਤੀ ਪਰਮੇਸ਼ਰ ਦੇ ਚਰਨਾਂ ਵਿੱਚ। ਵਿਸ਼ਨੂੰ ਫਿਰ ਆਪ ਆਇਆ, ਉਹਨੇ ਆ ਕਰਕੇ 12 ਸਾਲ ਤੋਂ ਬਾਅਦ ਆ ਕੇ ਸ਼ਿਵ ਜੀ ਨੂੰ ਇੱਕ ਗੱਲ ਕਹੀ, ਕਹਿੰਦਾ ਤੂੰ ਇਹਨੂੰ ਕਿਉਂ ਮਾਰਨਾ ਚਾਹੁੰਦਾ? ਕਹਿੰਦੇ ਇਹਨੇ ਅਮਰ ਕਥਾ ਸੁਣੀ ਹੈ। ਤਾਂ ਜਿਹੜਾ ਵਿਸ਼ਨੂੰ ਨੇ ਪੁੱਛਿਆ ਸ਼ਿਵ ਜੀ ਨੂੰ, ਇਹ ਅਮਰ ਕਥਾ ਦਾ ਫਲ ਕੀ ਹੈ? ਕਹਿੰਦਾ ਮੌਤ ਨਹੀਂ ਆਉਂਦੀ। ਕਹਿੰਦਾ ਫਿਰ ਤੂੰ ਇਹਨੂੰ ਮਾਰਨ ਵਾਸਤੇ ਕਿਉਂ ਉਡੀਕਦਾ, ਕਿਉਂ ਉਡੀਕ ਰਿਹਾ ਇਹਨੂੰ ਮਾਰਨ ਵਾਸਤੇ? ਇਹਨੇ ਤਾਂ ਅਮਰ ਕਥਾ ਸੁਣ ਲਈ, ਤਾਂ ਅਮਰ ਹੋ ਗਿਆ, ਤਾਂ ਤੂੰ ਇਹਨੂੰ ਕਿਵੇਂ ਮਾਰ ਲੇਗਾ? ਫਿਰ ਉਦੋਂ ਸ਼ਿਵ ਜੀ ਵਾਪਸ ਚਲਿਆ ਗਿਆ ਕੈਲਾਸ਼ ਨੂੰ। ਕਹਿੰਦਾ ਹਾਂ ਜੀ ਤੇਰੀ ਵੀ ਗੱਲ ਠੀਕ ਹੈ। ਦੇਖੋ ਛੋਟੀ ਜੀ ਗੱਲ ਸੀ, ਪਰ ਅੰਨਾ ਚਿਰ ਲੱਗਿਆ ਜੀ ਸਮਝਣ ਵਾਸਤੇ। ਫਿਰ ਕੀ ਹੋਇਆ ਜੀ, ਉਹ ਆ ਕੇ ਸੁਖਦੇਵ ਜਿਹੜਾ ਸੁਖਦੇਵ ਅੰਦਰ ਬੈਠਾ ਹੈ ਨਾ, ਜਿਹੜਾ ਸੁਖ ਤੋਤਾ ਜਿਹੜਾ ਅੰਦਰ ਬੈਠਾ ਹੈ, ਉਹਨੂੰ ਆ ਕੇ ਵਿਸ਼ਨੂੰ ਨੇ ਕਿਹਾ ਕਿ ਤੂੰ ਜਨਮ ਲੈ ਲਾ ਹੁਣ, ਤੇ ਸ਼ਿਵ ਜੀ ਚਲਿਆ ਗਿਆ, ਹੁਣ ਨਹੀਂ ਤੈਨੂੰ ਕੋਈ ਮਾਰੇਗਾ। ਤਾਂ ਉਸ ਵੇਲੇ ਉਹ ਜਿਹੜਾ ਅੰਦਰ ਬੈਠਾ ਤੋਤਾ ਸੀ ਨਾ, ਅੰਮ੍ਰਿਤਾ ਹੋਇਆ ਪਿਆ ਸੀ, ਉਹ ਕਹਿੰਦਾ ਮੈਂ ਨਹੀਂ ਜਨਮ ਲੈਣਾ, ਕਿਉਂਕਿ ਤੇਰੀ ਮਾਇਆ ਬਹੁਤ ਪ੍ਰਬਲ ਹੈ, ਜੇ ਮੈਂ ਆਇਆ ਤੇਰੀ ਮਾਇਆ ਦਾ ਅਸਰ ਮੇਰੇ ਤੇ ਪੈ ਜਾਣਾ ਹੈ। ਤਾਂ ਉਸ ਵੇਲੇ ਉਹਨੂੰ ਬਚਨ ਕੀਤਾ ਵਿਸ਼ਨੂੰ ਨੇ, ਕਹਿੰਦਾ ਦੇਖ, ਕਹਿੰਦਾ ਮੈਂ ਮਾਇਆ ਨੂੰ ਰੋਕ ਦਿੰਦਾ, ਜਦੋਂ ਤੇਰਾ ਜਨਮ ਹੋਵੇਗਾ ਮਾਇਆ ਨਹੀਂ ਵਰਤੇਗੀ ਸੰਸਾਰ ਤੇ, ਮੈਂ ਮਾਇਆ ਨੂੰ ਰੋਕ ਦਿੰਦਾ ਹਾਂ। ਤਾਂ ਉਸ ਵੇਲੇ ਜਦੋਂ ਇਹ ਤੋਤਾ ਇਹਨੇ ਜਨਮ ਲਿਆ, ਇਹ ਹੋਇਆ ਸੁਖਦੇਵ ਮੁਨੀ। ਸੋ ਇਹਨੇ ਜਦੋਂ ਜਨਮ ਲਿਆ, ਕਹਿੰਦੇ ਉਸ ਵੇਲੇ ਮਾਇਆ ਜਿਹਦਾ ਪ੍ਰਭਾਵ ਸੀ ਬੰਦ ਹੋ ਗਿਆ ਸੀ। ਉਸੇ ਸਮੇਂ ਕਹਿੰਦੇ 84 ਹੋਰ ਬੱਚਿਆਂ ਨੇ ਜਨਮ ਲਿਆ, ਜਿਹੜੇ 84 ਸਿੱਧ ਹੋ ਕੇ ਹੋਏ ਹਨ, ਜਿਨ੍ਹਾਂ ਨੂੰ 84 ਸਿੱਧ ਕਹਿੰਦੇ ਹਾਂ, ਉਹਨਾਂ ਤੇ ਵੀ ਮਾਇਆ ਨਹੀਂ ਵਰਤੀ। ਸੋ ਇਹ ਜਿਹੜਾ ਜਦੋਂ ਇਹਨੇ ਜਨਮ ਲੈ ਲਿਆ, ਤਾਂ ਵਿਆਸ ਦੇ ਕੋਲ ਇਹ ਰਹਿੰਦਾ ਸੀ। ਸੋ ਥੋੜਾ ਬਹੁਤਾ ਵੱਡਾ ਹੋਇਆ, ਇਹਨੇ ਜਿਹੜਾ ਹੈ ਜੰਗਲ ਵਿੱਚ ਜਾ ਕੇ ਭਗਤੀ ਕਰਨ ਚਲਿਆ ਗਿਆ। 24 ਸਾਲ ਇਹਨੇ ਭਗਤੀ ਕੀਤੀ। 24 ਸਾਲ ਭਗਤੀ ਕਰਕੇ ਜਿਹੜਾ ਹੈ ਇਹ ਵਾਪਸ ਆਇਆ। ਦੇਖੋ 12 ਸਾਲ ਤਾਂ ਆਪਣੀ ਮਾਤਾ ਦੀ ਪੇਟ ਵਿੱਚ ਇਹਨੇ ਭਗਤੀ ਕੀਤੀ, 24 ਸਾਲ ਉਹ ਜਾ ਕੇ ਵਨ ਵਿੱਚ ਜਿਹੜਾ ਹੋਇਆ, ਜਾ ਕੇ ਉੱਥੇ ਭਗਤੀ ਕੀਤੀ। ਜਦੋਂ 24ਵਾਂ ਸਾਲ ਚੜਿਆ, ਉਸ ਵੇਲੇ ਜਿਹੜੇ ਦਰਖਤ ਦੇ ਥੱਲੇ ਇਹ ਬੈਠਾ ਸੀ ਨਾ, ਉਹੀ ਦਰਖਤ ਦੇ ਉੱਤੇ 2 ਚਿੜੀਆਂ ਦਾ ਇੱਕ ਜੋੜਾ ਆ ਗਿਆ। ਉਹਨਾਂ ਨੇ ਆਪਣਾ ਆਲਣਾ ਬਣਾਉਣਾ ਸ਼ੁਰੂ ਕੀਤਾ ਤੇ ਉਹਨਾਂ ਨੇ ਆਪਸ ਵਿੱਚ ਗੱਲਾਂ ਕੀਤੀਆਂ, ਕਹਿੰਦੇ ਇਹ ਦਰਖਤ ਤੇ ਨਾ ਆਪਾਂ ਆਪਣਾ ਆਲਣਾ ਬਣਾਈਏ, ਆਪਾਂ ਹੋਰ ਕਿਤੇ ਬਣਾ ਲਈਏ ਜਾ ਕੇ। ਸੋ ਉਹ ਜਿਹੜਾ ਪਤੀ ਆਪਣੀ ਪਤਨੀ ਨੂੰ ਪੁੱਛਦਾ, ਕਹਿੰਦਾ ਕੀ ਗੱਲ ਹੈ? ਕਹਿੰਦਾ ਦੇਖੋ ਪਤੀ ਜੀ, ਕਹਿੰਦੇ ਉਹ ਚਿੜੀ ਆਪਣੇ ਪਤੀ ਚਿੜੇ ਨੂੰ ਕਹਿੰਦੀ ਹੈ, ਕਹਿੰਦੀ ਇਹ ਦਰਖਤ ਦੇ ਥੱਲੇ ਇੱਕ ਨਿਗੁਰਾ ਬੈਠਾ ਭਗਤੀ ਕਰ ਰਿਹਾ ਹੈ। ਇਹ ਨਿਗੁਰਾ ਇਹਨੇ ਗੁਰੂ ਨਹੀਂ ਧਾਰਨ ਕੀਤਾ। ਕਹਿੰਦੀ ਜੇ ਇਹ ਦਰਖਤ ਤੇ ਆਪਾਂ ਆਪਣਾ ਆਲਣਾ ਬਣਾਇਆ ਤਾਂ ਆਪਾਂ ਵੀ ਨਰਕਾਂ ਨੂੰ ਜਾਵਾਂਗੇ। ਤਾਂ ਉਸ ਵੇਲੇ ਇਹਨੂੰ ਇਹ ਗੱਲ ਸੁਣ ਕਰਕੇ ਸੁਖਦੇਵ ਮੁਨੀ ਬਹੁਤ ਦੁਖੀ ਹੋਇਆ, ਰੋਂਦਿਆਂ ਹੋਇਆਂ ਆਪਣੇ ਘਰ ਵਿੱਚ ਆਇਆ, ਆਪਣੇ ਪਿਤਾ ਨੂੰ ਪੁੱਛਿਆ, ਕਹਿੰਦਾ ਮੇਰਾ ਗੁਰੂ ਮੈਂ ਕਿਹਨੂੰ ਬਣਾਵਾਂ? ਤਾਂ ਇਹਦੇ ਪਿਤਾ ਨੇ ਕਿਹਾ ਤੂੰ ਜਨਕ ਜਿਹੜਾ ਹੈ ਜਨਕ ਰਾਜਾ, ਉਹਨੂੰ ਜਾ ਕੇ ਆਪਣਾ ਗੁਰੂ ਬਣਾ। ਇਹ ਜਿਹੜਾ ਆਪਣੀ ਤੁੰਬੀ ਲੈ ਕੇ ਲੰਗੋਟੀ ਬੰਨੀ ਹੋਈ ਹੈ ਤੇ ਨਾਲ ਇੱਕ ਜਿਹੜਾ ਪੈਰਾਂ 'ਚ ਜੁੱਤੀ ਪਾ ਕੇ ਪਹੁੰਚ ਗਿਆ ਜੀ ਉੱਥੇ ਜਿੱਥੇ ਜਨਕ ਰਾਜਾ ਸੀਗਾ। ਜਨਕ ਰਾਜਾ ਜਾ ਕੇ ਉਹਨੇ ਦੇਖਿਆ ਦਰਬਾਰ ਵਿੱਚ, ਜਨਕ ਰਾਜਾ ਇੱਕ ਲੱਤ ਇੱਕ ਰਾਣੀ ਦੇ ਉੱਤੇ ਰੱਖੀ ਬੈਠਾ, ਦੂਜਾ ਇੱਕ ਤਪਤਾ ਹੋਇਆ ਤੇਲ ਉਹਦੇ ਵਿੱਚ ਰੱਖੀ ਬੈਠਾ ਹੈ, ਤੇ 1-2 ਰਾਣੀਆਂ ਉਹਦੀ ਮੁੱਠੀ ਛਾਪੀ ਕਰ ਰਹੀਆਂ ਹਨ। ਇਹ ਦੇਖ ਕਰਕੇ ਸੁਖਦੇਵ ਮੁਨੀ ਬੈਠਾ ਤਾਂ ਹੈ, ਪਰ ਮਨ 'ਚ ਸੋਚਦਾ ਇਹ ਤਾਂ ਕਿਹੋ ਜਿਹਾ ਮੇਰਾ ਗੁਰੂ ਹੈ, ਵਿਸ਼ਈ ਗੁਰੂ ਹੈ, ਇਹ ਤਾਂ ਦੇ ਕੀ ਕੰਮ ਕਰ ਰਿਹਾ ਹੈ। ਸੋ ਉਸ ਵੇਲੇ ਜਨਕ ਰਾਜੇ ਨੇ ਇੱਕ ਕੌਤਕ ਵਰਤਾਇਆ। ਕਹਿੰਦਾ ਜਿਹੜਾ ਹੈ ਉਹਨੇ ਉਹਦਾ ਗਾਢ ਭੱਜਿਆ ਆਇਆ, ਕਹਿੰਦਾ ਰਾਜਨ ਅੱਗ ਲੱਗੀ ਹੈ ਸ਼ਹਿਰ ਦੇ ਵਿੱਚ, ਬਹੁਤ ਅੱਗ ਲੱਗੀ ਹੈ। ਤੋ ਜਨਕ ਰਾਜਾ ਬੈਠਾ ਰਿਹਾ, ਕੁਛ ਨਾ ਬੋਲਿਆ। ਉਸ ਤੋਂ ਬਾਅਦ ਕਹਿੰਦੇ ਉਹ ਅੱਗ ਵੱਧਦੀ ਆ ਰਹੀ ਹੈ, ਮਹਿਲਾਂ ਵੱਲ ਆ ਰਹੀ ਹੈ, ਤਾਂ ਵੀ ਕੁਝ ਨਾ ਬੋਲਿਆ। ਤੀਜੀ ਵਾਰੀ ਉਹ ਕਹਿੰਦਾ ਦਰਵਾਜ਼ੇ ਨੂੰ ਅੱਗ ਲੱਗੀ ਹੈ। ਤਾਂ ਉਸ ਵੇਲੇ ਰਾਜਾ ਜਨਕ ਤਾਂ ਬਿਲਕੁਲ ਅਡੋਲ ਬੈਠਾ ਹੈ, ਪਰ ਸੁਖਦੇਵ ਮੁਨੀ ਉੱਥੇ ਬੈਠਾ ਬੈਠਾ ਸੋਚਦਾ ਕਿ ਮੇਰੀ ਤੁੰਬੀ ਜਿਹੜੀ ਹਨ, ਮੇਰੀ ਲੰਗੋਟੀ ਬਾਹਰ ਰਹਿ ਗਈ ਹੈ, ਕਿਤੇ ਉਹ ਨਾ ਸੜ ਜਾਵੇ। ਤਾਂ ਇਹ ਆਪਣੀ ਲੰਗੋਟੀ ਲੈਣ ਵਾਸਤੇ ਉੱਠ ਕੇ ਤੁਰਨ ਲੱਗਿਆ। ਰਾਜਾ ਜਨਕ ਕਹਿੰਦਾ ਸੁਖਦੇਵ ਮੇਰੀ ਨਗਰੀ ਸੜ ਗਈ, ਮੇਰੇ ਮਹਿਲ ਹੁਣ ਸੜਨ ਲੱਗੇ ਹਨ, ਤੂੰ ਇੱਕ ਆਪਣੀ ਤੁੰਬੀ ਕਰਕੇ ਜਾ ਰਿਹਾ ਲੈਣ ਵਾਸਤੇ? ਮੇਰੇ ਵਿੱਚ ਤਾਂ ਇੰਨਾ ਵੀ ਮੋਹ ਨਹੀਂ ਹੈ ਚੀਜ਼ਾਂ ਦਾ, ਤੇਰੇ ਵਿੱਚ ਇੱਕ ਤੁੰਬੀ ਦਾ ਮੋਹ ਹੈ, ਤੇ ਤੂੰ ਮੈਨੂੰ ਵਿਕਾਰੀ ਕਹਿੰਦਾ ਹਾਂ। ਕਹਿੰਦਾ ਤੇਰੇ ਵਰਗਾ ਮੇਰਾ ਸ਼ਿਸ਼ ਨਹੀਂ ਬਣ ਸਕਦਾ, ਤੂੰ ਮੇਰਾ ਸੇਵਕ ਨਹੀਂ ਬਣ ਸਕਦਾ, ਸਿੱਖ ਨਹੀਂ ਬਣ ਸਕਦਾ। ਉਹਨੇ ਕੱਢਤਾ ਜੀ ਬਾਹਰ। ਸੋ ਸੁਖਦੇਵ ਗਿਆ ਤੇ ਬੜਾ ਰੋਇਆ ਆਪਣੇ ਪਿਤਾ ਕੋਲ, ਕਹਿੰਦਾ ਮੇਰੇ ਤੋਂ ਗਲਤੀ ਹੋ ਗਈ। ਪਿਤਾ ਬਿਆਸ ਨੇ ਇਹਨੂੰ ਸਮਝਾਇਆ, ਕਹਿੰਦਾ ਪੁੱਤਰ ਕੋਈ ਗੱਲ ਨਹੀਂ, ਤੂੰ ਜਾ ਕੇ ਮਾਫੀ ਮੰਗ ਲਾ ਰਾਜਾ ਜਨਕ ਤੋਂ। ਕਹਿੰਦਾ ਮਾਫੀ ਮੰਗਣ ਦਾ ਇੱਕੋ ਹੀ ਤਰੀਕਾ ਹੈ,
ਕਹਿੰਦੇ ਉੱਥੇ ਜਾ ਕਰਕੇ ਪੱਛਮ ਵੈਸਟ ਵੱਲ ਇੱਕ ਬਾਰੀ ਹੈ, ਇੱਕ ਵਿੰਡੋ ਹੈ, ਜਿਹਦੇ ਵਿੰਡੋ ਤੋਂ ਉਹ ਗੰਦ ਜਿਹੜਾ ਹੈ, ਜੋ ਵੇਸਟ ਹੁੰਦਾ ਨਾ, ਫੁੱਟ ਵੇਸਟ ਜਿਹੜਾ ਹੁੰਦਾ ਹੈ, ਪੱਤਲਾਂ ਜਿਹੜੀਆਂ ਹੁੰਦੀਆਂ ਜਿਹੜੀਆਂ ਖਾ ਕੇ, ਜਿਵੇਂ ਪੱਤਿਆਂ ਤੇ ਖਾਈਦਾ ਨਾ, ਉਹ ਪੱਤੇ ਜਦੋਂ ਖਾ ਲੈਂਦੇ ਫਿਰ ਸਿੱਟ ਦਿੰਦੇ ਹਨ, ਉਹਦੇ ਨਾਲ ਥੋੜੀ ਬਹੁਤੀ ਜੂਠ ਵੀ ਹੁੰਦੀ ਹੈ। ਕਹਿੰਦੇ ਪੁੱਤਰ, ਜਿੱਥੇ ਪੱਛਮ ਵੱਲ ਉਹ ਦਰਵਾਜ਼ਾ ਹੈ, ਜਿੱਥੇ ਉਹ ਬਾਰੀ ਹੈ, ਜਿੱਥੇ ਇਹ ਜੂਠ ਸਰੇ, ਤੂੰ ਥੱਲੇ ਜਾ ਕੇ ਬਹਿ ਜਾ, ਆਪਣੇ ਆਪ ਰਾਜਾ ਜਨਕ ਤੇਰੇ ਤੇ ਕਿਰਪਾ ਕਰ ਦੇਗਾ। ਇਹ ਰਾਜਾ ਸੁਖਦੇਵ ਮੁਨੀ ਕਹਿੰਦੇ ਉੱਥੇ ਜਾ ਕੇ ਬੈਠਿਆ, 12 ਸਾਲ ਉੱਥੇ ਬੈਠਾ ਰਿਹਾ ਤੇ ਜੂਠ ਉਹਦੇ ਸਿਰ ਤੇ ਪਈ ਗਈ। ਫੇਰ ਜਾ ਕੇ ਰਾਜਾ ਜਨਕ ਨੇ ਆਪਣਾ ਸੇਵਕ ਬਣਾਇਆ ਸੁਖਦੇਵ ਨੂੰ। ਸੋ ਇਸ ਪ੍ਰਕਾਰ ਕਰਕੇ ਗੁਰਬਾਣੀ ਵਿੱਚ ਵੀ ਲਿਖਿਆ ਹੈ, ਮਹਾਰਾਜ ਲਿਖਦੇ ਹਨ, ਜੂਠਨ ਜੂਠ ਪਈ ਸਿਰ ਉੱਪਰ, ਖਿਨ ਮਨੁਆ ਤਿਲ ਨਾ ਡੁਲਾਵੇ। ਕਹਿੰਦੇ ਉੱਥੇ ਬੈਠਾ ਹੋਇਆ ਵੀ ਆਪਣਾ ਚਿੱਤ ਨੂੰ ਉਹਨੇ ਡੁਲਾਵੇਗੋ, ਉਹਨੇ ਆਪਣਾ ਚਿੱਤ ਨਹੀਂ ਡੁਲਾਇਆ, ਬੈਠਾ ਰਿਹਾ ਇਹ ਸੁਖਦੇਵ ਮੁਨੀ, ਅਡੋਲ ਹੋ ਕੇ ਬੈਠਾ ਰਿਹਾ। ਤਾਂ ਫਿਰ ਜਾ ਕਰਕੇ ਜਿਹੜਾ ਹੈ ਇਹਨੂੰ ਆਪਣਾ ਸਿੱਖ ਬਣਾਇਆ। ਤਾਂ ਫਿਰ ਇਹਦਾ ਜਿਹੜਾ ਹੈ ਅੱਗੇ, ਇਹਦਾ ਜਿਹੜਾ ਹੈ ਇਹਦਾ ਅੱਗੇ ਫਿਰ ਜਿਹੜਾ ਹੈ, ਜਿਵੇਂ ਹੁਣ ਅੱਗੇ ਲਿਖਿਆ ਹੈ, ਗਰਭਵਾਸ ਹਉਮੈ ਹੈ ਰਾਣੈ। ਦੇਖੋ, ਗਰਭਵਾਸ ਹਉਮੈ ਹੈ ਰਾਣੇ, ਗਰਭ ਦੇ ਵਿੱਚ ਜਿਹੜਾ ਵਸਿਆ ਹੋਇਆ ਬਹੁਤ ਹੈਰਾਨ ਹੋਇਆ। 12 ਸਾਲ ਝੂਠ ਇਹਦੇ ਸਿਰ ਤੇ ਪਈ ਰਹੀ। ਚੰਦ ਸੂਰਜ ਔਲੰਗ ਭਰੈ। ਹੁਣ ਭਾਈ ਗੁਰਦਾਸ ਜੀ ਕਹਿੰਦੇ ਇੱਥੋਂ ਤੱਕ ਨਹੀਂ, ਜਿਹੜੇ ਸੂਰਜ ਤੇ ਚੰਦਰਮਾ ਹਨ, ਇਹ ਵੀ ਜਿਹੜੇ ਹਨ ਹੰਕਾਰ ਕਰਕੇ, ਜਦੋਂ ਸੂਰਜ ਤੇ ਜਾਂ ਚੰਦਰਮਾ ਨੂੰ ਵੀ ਹੰਕਾਰ ਹੋਇਆ ਇੱਕ ਵਾਰ, ਉਦੈ ਅਸਤ ਵਿੱਚ ਆਵਨ ਜਾਣਾ। ਇਸ ਕਰਕੇ ਇਹ ਡੁੱਬਦੇ ਚੜ੍ਹਦੇ ਡੁੱਬਦਿਆਂ ਵਿੱਚ ਰਹਿੰਦੇ ਹਨ, ਕਿਤੇ ਚੜ੍ਹ ਗਿਆ ਕਿਤੇ ਡੁੱਬ ਗਿਆ। ਸੂਰਜ ਡੁੱਬ ਗਿਆ ਤੇ ਚੰਦਰਮਾ ਆ ਗਿਆ, ਚੰਦਰਮਾ ਤੇ ਚਲੇ, ਚੰਦਰਮਾ ਦੇ ਹੁੰਦਿਆਂ ਫਿਰ ਸੂਰਜ ਚੜ੍ਹ ਜਾਵੇ ਤਾਂ ਚੰਦਰਮਾ ਨਹੀਂ ਦਿਸਦਾ। ਸੋ ਕਹਿੰਦੇ ਇਹ ਸਥਿਤੀ ਬਣੀ ਹੋਈ ਹੈ। ਦੇਖੋ, ਸੂਰਜ ਤੇ ਚੰਦਰਮਾ ਵੀ ਘਟਦਾ ਵੱਧਦਾ ਰਹਿੰਦਾ ਹੈ, ਕਿਤੇ ਇਹਨਾਂ ਨੂੰ ਗ੍ਰਹਿਣ ਲੱਗ ਜਾਂਦੇ ਹਨ। ਇਹ ਵੀ ਹੰਕਾਰ ਦਾ ਹੀ ਕੰਮ ਹੈ। ਕਹਿੰਦੇ ਜਦੋਂ ਕਿਸੇ ਨੂੰ ਹੰਕਾਰ ਹੁੰਦਾ, ਚਾਹੇ ਉਹ ਦੇਵਤਾ ਹੋਵੇ, ਚਾਹੇ ਉਹ ਇਨਸਾਨ ਹੋਵੇ, ਚਾਹੇ ਉਹ ਦੈਂਤ ਹੋਵੇ, ਕਹਿੰਦੇ ਉਹਨੂੰ ਪ੍ਰਾਪਤੀ ਪਰਮਾਤਮਾ ਦੀ ਨਹੀਂ ਹੁੰਦੀ, ਭਾਵੇਂ ਗਿਆਨ ਕਿੰਨਾ ਵੀ ਕਿਉਂ ਨਾ ਹੋਵੇ। ਹੁਣ ਰਾਵਣ ਕੋਲ ਕਿਹੜੇ ਥੋੜਾ ਗਿਆਨ ਸੀਗਾ, ਪਰ ਦੇਖੋ ਜਿਹੜੇ ਅਗਿਆਨਤਾ ਚੀਜ਼ ਹੈ ਨਾ, ਕਹਿੰਦੇ ਇਹ ਜਦੋਂ ਤੱਕ ਗੁਰੂ ਨਹੀਂ ਸੱਚਾ ਮਿਲਦਾ, ਜੋ ਪੂਰਾ ਗੁਰੂ ਨਾ ਮਿਲੇ, ਤਾਂ ਐਸੀ ਸਥਿਤੀ ਬਣੀ ਰਹਿੰਦੀ ਹੈ। ਸਿਵ ਸ਼ਕਤੀ ਵਿੱਚ ਗਰਭ ਗੁਮਾਣਾ। ਹੁਣ ਸਿਵ ਕੀ ਹੈ? ਤਮੋ ਗੁਣੀ। ਜੋ ਸ਼ਕਤੀ ਹੈ ਇਹ ਰਾਜਸੀ ਗੁਣ ਹੈ। ਦੇਖੋ, ਤਮੋ ਗੁਣ ਦੇ ਵਿੱਚ ਤੇ ਰਜੋ ਗੁਣ ਦੇ ਵਿੱਚ ਸਿਰਫ ਹੰਕਾਰ ਹੀ ਹੁੰਦਾ ਹੈ। ਜਿਹੜਾ ਹੈ ਗਰਭ ਗੁਮਾਣੇ, ਇਹ ਗਰਭ ਜਿਹੜਾ ਹੁੰਦਾ ਹੈ, ਜੋ ਆਪਣੇ ਆਪ ਤੇ ਹੁੰਦਾ ਹੈ ਵੀ ਮੈਂ ਕੌਣ ਹਾਂ, ਵੀ ਮੇਰੀ ਕਮਾਈ ਕਿੰਨੀ ਹੈ। ਗੁਮਾਣੇ ਜੋ ਇਹ ਹੰਕਾਰ ਨੂੰ ਪ੍ਰਗਟ ਕਰਦੇ ਹਨ। ਕਹਿੰਦੇ ਦੇਖੋ, ਇਹ ਜਿਹੜੇ ਦੋ ਗੁਣ ਹਨ, ਤਮੋ ਹੋਇਆ, ਰਜੋ ਗੁਣ ਹੋਇਆ, ਇਹਦੇ ਵਿੱਚ ਸਿਰਫ ਆਪਣੇ ਆਪ ਤੇ ਹੰਕਾਰ ਹੈ ਤੇ ਦੂਸਰਿਆਂ ਦੇ ਉੱਤੇ ਆਪਣਾ ਜਿਹੜਾ ਹੈ ਪ੍ਰਾਈਡ ਜਿਹੜਾ ਹੈ ਇੰਪੋਜ਼ ਕਰਨ ਵਾਸਤੇ ਹੀ ਬੰਦਾ ਜ਼ੋਰ ਲਾਉਂਦਾ ਰਹਿੰਦਾ ਹੈ। ਦੇਖੋ, ਭਾਈ ਗੁਰਦਾਸ ਨੇ ਇੱਥੇ ਇਹ ਗੱਲ ਆਪਾਂ ਨੂੰ ਸਮਝਾਈ, ਪੂਰੇ ਗੁਰੂ ਤੋਂ ਬਗੈਰ ਜਿਹੜਾ ਹੈ ਮੁਕਤੀ ਨਹੀਂ ਹੁੰਦੀ। ਪੂਰੇ ਗੁਰੂ ਤੋਂ ਬਗੈਰ ਬੰਦੇ ਨੂੰ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ, ਪੂਰੇ ਗੁਰੂ ਕਰਕੇ ਹੀ ਹੁੰਦੀ ਹੈ। ਭਾਵੇਂ ਉਹ ਜਿਹੜਾ ਹਨ, ਇਹ ਨਾ ਕਿਤੇ ਵੀ ਸੋਚਿਓ ਕਿ ਮੈਂ ਇੱਕ ਇਨਸਾਨ ਹਾਂ, ਇਹ ਦੇਵਤੇ ਤਾਂ ਬਹੁਤ ਪਾਵਰਫੁਲ ਹਨ। ਨਹੀਂ ਭਾਈ, ਉਹ ਵੀ ਰੋਂਦੇ ਪਿੱਟਦੇ ਹੀ ਹੁੰਦੇ ਹਨ, ਉਹਨਾਂ ਨੂੰ ਵੀ ਰੋਣਾ ਹੀ ਪੈਂਦਾ ਹੈ, ਉਹ ਵੀ ਦੁਖੀ ਹਨ। ਪਰ ਜੇ ਆਪਾਂ ਆਪਣੇ ਗੁਰੂ ਨੂੰ ਧਾਰਨ ਕਰ ਲਈਏ, ਜੇ ਆਪਾਂ ਗੁਰੂ ਨਾਨਕ ਵਰਗਾ ਕਿਸੇ ਨੂੰ ਗੁਰੂ ਮਿਲ ਜਾਵੇ ਨਾ, ਫਿਰ ਉਹਨੂੰ ਕਿਤੇ ਵੀ ਦੁੱਖ ਨਹੀਂ ਹੁੰਦਾ, ਉਹ ਹਮੇਸ਼ਾ ਹੀ ਚੜ੍ਹਦੀਆਂ ਕਲਾਂ ਵਿੱਚ ਰਹਿੰਦਾ ਹੈ। ਗੁਰੂ ਮਹਾਰਾਜ ਨੇ ਆਪਾਂ ਨੂੰ ਉਹ ਜਿਹੜੀਆਂ ਪਦਾਰਥ, ਉਹ ਜਿਹੜੀਆਂ ਹਨ, ਆਪਾਂ ਨੂੰ ਆਪਣੇ ਦੇ ਉੱਤੇ ਕਿਰਪਾ ਕੀਤੀ ਹੈ, ਜਿਹੜੀ ਕਿ ਦੇਵਤਿਆਂ ਨੂੰ ਨਹੀਂ ਮਿਲਦੀ। ਦੈਂਤਾਂ ਦੇ ਇੰਨੇ ਤਕੜੇ ਹੋਏ ਦੈਂਤਾਂ ਨੂੰ ਵੀ ਨਹੀਂ ਮਿਲਦੀ। ਕਹਿੰਦੇ ਉਹ ਤਾਂ ਜਿਹੜੀ ਐਸੀ ਦਾਤ ਸਿੱਖੀ ਹੈ, ਜੋ ਦੇਵਤਿਆਂ ਦੈਂਤਾਂ ਨੂੰ ਵੀ ਪਿੱਛੇ ਛੱਡ ਜਾਂਦੀ ਹੈ, ਮਾਤ ਪਾ ਜਾਂਦੀ ਹੈ ਉਹਨਾਂ ਦੀ ਜਿਹੜੀ ਹੈ, ਉਹਨਾਂ ਦੇ ਜਿਹੜੇ ਹਨ ਗ੍ਰੇਟਨੈਸ ਦੇ ਉੱਤੇ। ਸੋ ਇਸ ਪ੍ਰਕਾਰ ਕਰਕੇ ਗੁਰੂ ਦੀ ਸਿੱਖੀ ਹੀ ਵੱਡੀ ਹੈ। ਚੰਦ ਸੂਰਜ ਔਲੰਗ ਭਰੈ, ਉਦੈ ਅਸਤ ਵਿੱਚ ਆਵਨ ਜਾਣੈ, ਸਿਵ ਸ਼ਕਤੀ ਵਿੱਚ ਗਰਭ ਗੁਮਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।